Hello students, in this lecture we discuss population problem of India or population explosion in India. Post independence ਤੋਂ ਬਾਅਦ ਪੀਰੀਅਡ ਤੋਂ ਬਾਅਦ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਸੀ ਉਹ ਰੈਪਿਡਲੀ ਇਨਕਰੀਜ਼ ਕਰਨ ਲੱਗ ਗਈ ਸੀ ਬਿਟਵੀਨ 1951 ਐਂਡ 61 ਇਟ ਇਨਕਰੀਜ਼ ਬਾਈ ਮੋਰ ਦੈਨ 7.82 ਕਰੋੜ ਦੈਟ ਮੀਨਸ ਕਿ ਨੀਅਰਲੀ 21.6% ਦੀ ਗਰੋਥ ਰੇਟ ਸੀ ਜਿਸ ਕਾਰਨ ਇੰਡੀਆ ਦੇ ਵਿੱਚ ਜਿਹੜਾ ਪੋਪੂਲੇਸ਼ਨ ਐਕਸਪਲੋਜ਼ਨ ਹੋ ਗਿਆ 2001 ਦੇ ਵਿੱਚ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਸੀ ਉਹ 102.90 ਕਰੋੜ ਸੀ ਜੋ ਕਿ 2011 ਦੇ ਵਿੱਚ ਇਨਕਰੀਜ਼ ਹੋ ਕੇ 121.02 ਕਰੋੜ ਹੋ ਗਈ ਇੰਡੀਆ ਦੇ ਵਿੱਚ ਪੋਪੂਲੇਸ਼ਨ ਐਕਸਪਲੋਜ਼ਨ ਹੋਣ ਦੇ ਮੇਨਲੀ ਦੋ ਕਾਰਨ ਸੀ ਫਸਟ ਵਨ ਇਜ਼ ਡਿਫਰੈਂਸ ਇਨ ਬਰਥ ਰੇਟ ਐਂਡ ਡੈਥ ਰੇਟ ਸੈਕੰਡ ਇਜ਼ ਡਿਫਰੈਂਸ ਬਿਟਵੀਨ ਨੰਬਰ ਆਫ ਇਮੀਗ੍ਰੈਂਟਸ ਐਂਡ ਐਮੀਗ੍ਰੈਂਟਸ ਬਿਟਵੀਨ 1901 ਐਂਡ 1910 ਬਰਥ ਰੇਟ ਇੰਡੀਆ ਦੇ ਵਿੱਚ ਸੀ 49.2 ਪਰ ਥਾਊਜ਼ੈਂਡ ਐਂਡ ਡੈਥ ਰੇਟ 42.6 ਪਰ ਥਾਊਜ਼ੈਂਡ ਸੀ ਜੋ ਕਿ 2016 ਦੇ ਵਿੱਚ ਬਰਥ ਰੇਟ ਡਿਕਲਾਈਨ ਹੋ ਕੇ 20.4% ਪਰ ਥਾਊਜ਼ੈਂਡ ਹੋ ਗਈ ਐਂਡ ਡੈਥ ਰੇਟ 6.4 ਪਰ ਥਾਊਜ਼ੈਂਡ ਡੈਥ ਰੇਟ ਵਿੱਚ ਡਿਕਲਾਈਨ ਆਈ ਬਟ ਜਿੰਨੀ ਬਰਥ ਰੇਟ ਵਿੱਚ ਉਨਾ ਡਿਕਰੀਜ਼ ਨਹੀਂ ਆਇਆ ਜਿੰਨਾ ਡੈਥ ਰੇਟ ਵਿੱਚ ਆਇਆ ਜਿਸ ਕਾਰਨ ਜਿਹੜਾ ਇੰਡੀਆ ਦੇ ਵਿੱਚ ਪੋਪੂਲੇਸ਼ਨ ਐਕਸਪਲੋਜ਼ਨ ਹੋ ਗਿਆ ਇਸ ਤਰ੍ਹਾਂ ਕਿ ਦੋ ਮੇਨ ਕਾਜ਼ਸ ਆ ਇਨਕਰੀਜ਼ ਇਨ ਪੋਪੂਲੇਸ਼ਨ ਆਫ ਇੰਡੀਆ ਦੇ ਵਿੱਚ ਫਸਟ ਵਨ ਇਜ਼ ਹਾਈ ਬਰਥ ਰੇਟ ਸੈਕੰਡ ਵਨ ਇਜ਼ ਲੋ ਡੈਥ ਰੇਟ birth rate and death rate. What is birth rate? Birth rate refers to number of children born per 1,000 person in a year and death rate refers to number of people dying per 1,000 person in a year. Now we discuss causes of high birth rate in India. First is natural factor. India एक tropical country है. That's why in India girls achieve motherhood in the age group of 12 and 15 and hence a woman in India delivers more children on an average. Second point is agriculture occupation. ਇੰਡੀਆ ਇੱਕ ਐਗਰੀਕਲਚਰਲ ਕੰਟਰੀ ਆ ਜ਼ਿਆਦਾਤਰ ਜਿਹੜੇ ਲੋਕੀ ਆ ਉਹਨਾਂ ਦਾ ਆਕੂਪੇਸ਼ਨ ਐਗਰੀਕਲਚਰ ਆ ਇਸ ਲਈ ਜਿਹੜੀ ਇੰਡੀਆ ਦੇ ਲੋਕੀ ਉਹ ਜ਼ਿਆਦਾਤਰ ਸੋਚਦੇ ਆ ਕਿ ਐਗਰੀਕਲਚਰ ਓਪਰੇਸ਼ਨ ਨੂੰ ਪਰਫਾਰਮ ਕਰਨ ਦੇ ਲਈ ਜ਼ਿਆਦਾ ਪਰਸਨਸ ਦੀ ਨੀਡ ਆ ਇਸ ਲਈ ਉਹ ਆਪਣੇ ਚਿਲਡਰਨਸ ਨੂੰ ਇੱਕ ਬਰਡਨ ਨਹੀਂ ਸਮਝਦੇ ਉਹਨਾਂ ਨੂੰ ਸੋਚਦੇ ਕਿ ਅਗਰ ਚਿਲਡਰਨਸ ਜ਼ਿਆਦਾ ਹੋਣਗੇ ਉਹਨਾਂ ਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਹੀ ਆਕੂਪਾਈ ਕਰ ਲੈਣਗੇ ਨੈਕਸਟ ਇਜ਼ ਪ੍ਰੀ ਡੋਮੀਨੈਂਸ ਆਫ ਵਿਲੇਜ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ 68.80% ਪੋਪੂਲੇਸ਼ਨ ਵਿਲੇਜ ਵਿੱਚ ਰਹਿੰਦੀ ਆ ਬਾਕੀ ਰੈਸਟ 31.15% ਸਿਰਫ ਟਾਊਨਸ ਅਤੇ ਸਿਟੀਜ਼ ਦੇ ਵਿੱਚ ਰਹਿੰਦੀ ਆ ਜਦ ਕਿ ਯੂਕੇ ਦੇ ਵਿੱਚ 83% ਐਂਡ ਜਾਪਾਨ ਦੇ ਵਿੱਚ 94% ਜਿਹੜੀ ਪੋਪੂਲੇਸ਼ਨ ਆ ਉਹ ਅਰਬਨ ਏਰੀਆ ਦੇ ਵਿੱਚ ਰਹਿੰਦੀ ਆ ਅਰਬਨ ਏਰੀਆ ਦੇ ਵਿੱਚ ਬਰਥ ਰੇਟ ਲੋਅਰ ਹੁੰਦੀ ਆ ਬਿਕੋਜ਼ ਆਫ ਹਾਊਸਿੰਗ ਪ੍ਰੋਬਲਮ ਹੋ ਗਿਆ ਜਿਹੜੀ ਚਿਲਡਰਨ ਦੀ ਅਪਬ੍ਰਿੰਗਿੰਗ ਕਰਨੀ ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਆ ਬ੍ਰੇਕਿੰਗ ਅਪ ਆਫ ਜੁਆਇੰਟ ਫੈਮਿਲੀ ਸਿਸਟਮ ਜਿਸ ਕਾਰਨ ਜਿਹੜੀ ਬਰਥ ਰੇਟ ਆ ਘੱਟ ਹੁੰਦੀ ਆ ਔਨ ਦ ਅਦਰ ਹੈਂਡ ਰੂਰਲ ਏਰੀਆ ਦੇ ਵਿੱਚ ਜਿਹੜੀ ਚਿਲਡਰਨਸ ਦੀ ਅਪਬ੍ਰਿੰਗਿੰਗ ਦੀ ਕੋਸਟ ਘੱਟ ਹੁੰਦੀ ਆ ਜਿਸ ਕਾਰਨ ਜਿਹੜੀ ਬਰਥ ਰੇਟ ਆ ਹਾਈ ਹੁੰਦੀ ਆ ਫੋਰਥ ਪੁਆਇੰਟ ਇਜ਼ ਇਲਿਟਰੇਸੀ ਇੰਡੀਆ ਦੇ ਵਿੱਚ ਜਿਹੜੀ ਇਲਿਟਰੇਸੀ ਰੇਟ ਆ ਬਹੁਤ ਹਾਈ ਆ ਜਿਸ ਕਾਰਨ ਜਿਹੜੇ ਪਰਸਨ ਆ ਉਹਨਾਂ ਨੂੰ ਫੈਮਿਲੀ ਪਲੈਨਿੰਗ ਦਾ ਮਤਲਬ ਐਕਚੁਅਲੀ ਨਹੀਂ ਸਮਝ ਆਉਂਦਾ ਉਹ ਨਹੀਂ ਸਮਝਦੇ ਕਿ ਫੈਮਿਲੀ ਪਲੈਨਿੰਗਸ ਦੀ ਐਕਚੁਅਲ ਇੰਪੋਰਟੈਂਸ ਨੂੰ ਨਹੀਂ ਸਮਝ ਪਾਉਂਦੇ ਨੈਕਸਟ ਇਜ਼ ਯੂਨੀਵਰਸੈਲਿਟੀ ਆਫ ਮੈਰਿਜ ਐਂਡ ਚਿਲਡਰਨ ਇੰਡੀਆ ਦੇ ਵਿੱਚ ਮੈਰਿਜ ਇੱਕ ਸੋਸ਼ਲ ਕੰਪਲਸ਼ਨ ਆ ਅਗਰ ਮੈਰਿਜ ਤੋਂ ਬਿਨਾਂ ਕਿਸੇ ਦੇ ਕੋਈ ਚਿਲਡਰਨ ਹੁੰਦਾ ਉਸਨੂੰ ਸੋਸ਼ਲ ਪੁਆਇੰਟ ਆਫ ਵਿਊ ਤੋਂ ਸਹੀ ਨਹੀਂ ਸਮਝਿਆ ਜਾਂਦਾ ਇਸ ਲਈ ਐਵਰੀ ਪਰਸਨ ਨੂੰ ਚਿਲਡਰਨਸ ਦੇ ਲਈ ਮੈਰਿਜ ਕਰਨੀ ਪੈਂਦੀ ਆ ਐਜ਼ ਏ ਰਿਜ਼ਲਟ ਆਫ ਦਿਸ ਇੰਡੀਆ ਦੇ ਵਿੱਚ ਜਿਹੜੀ ਬਰਥ ਰੇਟ ਆ ਹਾਈ ਆ ਨੈਕਸਟ ਇਜ਼ ਅਰਲੀ ਮੈਰਿਜ ਇੰਡੀਆ ਦੇ ਵਿੱਚ ਜਿਹੜਾ ਜ਼ਿਆਦਾਤਰ ਆ ਜਲਦੀ ਮੈਰਿਜ ਕਰ ਦਿੱਤੀ ਜਾਂਦੀ ਆ ਸਪੈਸ਼ਲੀ ਗਰਲਸ ਦੀ ਜਿਹੜੀ ਮੈਰਿਜ ਆ ਏਜ ਗਰੁੱਪ 18 to 25 ਦੇ ਵਿੱਚ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਜਿਹੜੀ ਬਰਥ ਰੇਟ ਆ ਹਾਈ ਆ ਇੰਡੀਆ ਦੇ ਵਿੱਚ ਇਫੈਕਟ ਆਫ ਰਿਲੀਜ਼ਨ ਦਾ ਵੀ ਇੱਕ ਬਹੁਤ ਕੰਟਰੀਬਿਊਸ਼ਨ ਪਲੇ ਕਰਦਾ ਰੋਲ ਇਨ ਲਾਰਜ ਸਾਈਜ਼ ਫੈਮਲੀਜ਼ ਦੇ ਵਿੱਚ ਇੰਡੀਆ ਦੇ ਵਿੱਚ ਅਗਰ ਕਿਸੇ ਦੇ ਗਰਲਸ ਆ ਉਹ ਸੋਚਦੇ ਆ ਕਿ ਸਾਨੂੰ ਬੋਇਜ਼ ਚਾਹੀਦਾ ਇਸ ਕਾਰਨ ਵੀ ਜਿਹੜਾ ਗਰਲਸ ਹੋਣ ਦੇ ਬਾਵਜੂਦ ਵੀ ਬੋਇਜ਼ ਦੀ ਡਿਜ਼ਾਇਰ ਦੇ ਕਾਰਨ ਜਿਹੜੀ ਬਰਥ ਰੇਟ ਆ ਉਹ ਜ਼ਿਆਦਾ ਹੁੰਦੀ ਆ ਨੈਕਸਟ ਇਜ਼ ਕਮਿਊਨਲ ਥਿੰਕਿੰਗ ਇੰਡੀਆ ਦੇ ਵਿੱਚ ਇੰਡੀਆ ਇਜ਼ ਅ ਲੈਂਡ ਆਫ ਕਮਿਊਨਲ ਫੀਲਿੰਗਸ ਮੈਨੀ ਕਮਿਊਨਿਟੀਜ਼ ਐਂਡ ਕਾਸਟ ਦੇ ਜਿਹੜੇ ਲੋਕ ਇਹ ਸੋਚਦੇ ਆ ਕਿ ਅਗਰ ਉਹ ਨੰਬਰ ਵਾਈਜ਼ ਜ਼ਿਆਦਾ ਹੋਣਗੇ ਤਾਂ ਉਹਨਾਂ ਨੂੰ ਪੋਲੀਟੀਕਲ ਅਤੇ ਸੋਸ਼ਲ ਗੇਨਸ ਜ਼ਿਆਦਾ ਮਿਲੇਗਾ ਦੈਟਸ ਵਾਈ ਵੀ ਜਿਹੜਾ ਬਰਥ ਰੇਟ ਆ ਹਾਈ ਆ ਐਂਡ ਇੰਡੀਆ ਦੇ ਵਿੱਚ ਮਲਟੀਪਲ ਮੈਰਿਜ ਦਾ ਵੀ ਇੱਕ ਰਿਵਾਜ਼ ਆ ਜਿਸ ਕਾਰਨ ਵੀ ਜਿਹੜੀ
ਬਰਥ ਰੇਟ ਆ ਹਾਈ ਹੈ ਇੰਡੀਆ ਦੇ ਵਿੱਚ। ਨੈਕਸਟ ਇਜ਼ ਫੈਟਾਲਿਜ਼ਮ। ਮੋਸਟਲੀ ਇੰਡੀਅਨਸ ਆਰ ਫੈਟਾਲਿਸਟ। ਉਹ ਸੋਚਦੇ ਕਿ ਜਿਹੜਾ ਚਿਲਡਰਨ ਆ ਗੋਡ ਦਾ ਗਿਫਟ ਆ। ਬਰਥ ਕੰਟਰੋਲ ਮੈਥਡਸ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਕੋਈ ਫੇਥ ਨਹੀਂ ਹੁੰਦਾ। ਪਾਵਰਟੀ, ਅਨਦਰ ਕੰਟਰੀਬਿਊਸ਼ਨ ਫੈਕਟਰ ਟੂ ਦੀ ਰਾਈਜ਼ਿੰਗ ਬਰਥ ਰੇਟ ਇਨ ਇਜ਼ ਪਾਵਰਟੀ। ਪਾਵਰਟੀ ਵੀ ਇੱਕ ਰੀਜ਼ਨ ਆ ਹਾਈ ਬਰਥ ਰੇਟ ਦਾ। ਜਿਹੜੇ ਪਿਓਰ ਪਰਸਨ ਹੁੰਦੇ ਆ ਉਹ ਆਪਣੇ ਚਿਲਡਰਨਸ ਦੀ ਅਪਬ੍ਰਿੰਗਿੰਗ 'ਤੇ ਜ਼ਿਆਦਾ ਪੈਸਾ ਸਪੈਂਡ ਨਹੀਂ ਕਰਦੇ, ਜ਼ਿਆਦਾ ਖਰਚਾ ਨਹੀਂ ਕਰਦੇ। ਇਸ ਕਰਕੇ ਉਹ ਆਪਣੇ ਚਿਲਡਰਨਸ ਨੂੰ ਆਪਣੇ ਉੱਤੇ ਇੱਕ ਬਰਡਨ ਨਹੀਂ ਸਮਝਦੇ। ਉਹ ਚਿਲਡਰਨਸ ਨੂੰ ਛੋਟੀ ਉਮਰ ਦੀ ਏਜ ਦੀ ਵਿੱਚ ਹੀ ਕੰਮ 'ਤੇ ਲਗਾ ਦਿੰਦੇ ਆ। ਇਸ ਲਈ ਉਹ ਆਪਣੇ ਬੱਚਿਆਂ ਨੂੰ ਸੋਸ਼ਲ ਸਿਕਿਉਰਿਟੀ ਆਫ ਦੀ ਫੈਮਿਲੀ ਸਮਝਦੇ ਆ, ਬਰਡਨ ਨਹੀਂ ਸਮਝਦੇ, ਜਿਸ ਕਾਰਨ ਬਰਥ ਰੇਟ ਹਾਈ ਆ। ਜੁਆਇੰਟ ਫੈਮਿਲੀ ਸਿਸਟਮ। ਜੁਆਇੰਟ ਫੈਮਿਲੀ ਸਿਸਟਮ ਵੀ ਇੱਕ ਰੀਜ਼ਨ ਆ ਹਾਈ ਬਰਥ ਰੇਟ ਦਾ, ਕਿਉਂਕਿ ਜੁਆਇੰਟ ਫੈਮਿਲੀ ਸਿਸਟਮ ਦੇ ਵਿੱਚ ਜਿਹੜੀ ਚਿਲਡਰਨ ਦੀ ਅਪਬ੍ਰਿੰਗਿੰਗ ਆ ਉਹ ਈਜ਼ੀਲੀ ਹੋ ਜਾਂਦੀ ਆ। Next is lack of recreational facilities. Due to large scale poverty, people have very little entertainment facilities. Sex is the only entertainment with many poor people. As a result, birth rate increase. High infant mortality rate. India ਦੇ ਵਿੱਚ ਜਿਹੜਾ infant mortality rate ਆ ਬਹੁਤ ਜ਼ਿਆਦਾ ਆ। It was 34 per 1000 live birth in 2016. ਇੰਡੀਆ ਦੇ ਵਿੱਚ ਇਨਫੈਂਟ ਮੋਰੈਲਿਟੀ ਰੇਟ ਜ਼ਿਆਦਾ ਹੋਣ ਦੇ ਕਾਰਨ ਇਸ ਲਈ ਇਸ ਦਾ ਇਹ ਵੀ ਇੱਕ ਰੀਜ਼ਨ ਆ ਜਿਸ ਕਾਰਨ ਜਿਹੜਾ ਬਰਥ ਰੇਟ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਲੈਕ ਆਫ ਫੈਮਿਲੀ ਪਲੈਨਿੰਗ। ਇੰਡੀਆ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਪੂਅਰ ਆ ਅਤੇ ਇਲੀਟਰੇਟ ਆ, ਜਿਸ ਕਾਰਨ ਉਹਨਾਂ ਨੂੰ ਪ੍ਰੋਪਰ ਫੈਮਿਲੀ ਪਲੈਨਿੰਗ ਅਤੇ ਮੈਥਡਸ ਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਲੋ ਸਟੇਟਸ ਆਫ ਵੀਮਨ। ਇੰਡੀਆ ਦੇ ਵਿੱਚ ਜਿਹੜੇ ਵੀਮਨਸ ਆ ਉਹਨਾਂ ਦਾ ਸਟੇਟਸ ਬਹੁਤ ਹੀ ਲੋ ਆ। ਉਹਨਾਂ ਨੂੰ ਸਿਰਫ ਇੱਕ ਚਾਈਲਡ ਪ੍ਰੋਡਿਊਸਿੰਗ ਮਸ਼ੀਨ ਸਮਝਿਆ ਜਾਂਦਾ ਹੈ ਅਤੇ ਉਹ ਇਕਨੋਮਿਕਲੀ ਇੰਡੀਪੈਂਡੈਂਟ ਹੁੰਦੀਆਂ ਹੈ, ਜਿਸ ਕਾਰਨ ਵੀ ਜਿਹੜਾ ਬਰਥ ਰੇਟ ਆ ਇੰਡੀਆ ਦੇ ਵਿੱਚ ਜ਼ਿਆਦਾ ਹੁੰਦਾ ਹੈ। ਨੈਕਸਟ ਇਜ਼ ਕਾਜ਼ਸ ਆਫ ਡਿਕਲਾਈਨ ਇਨ ਡੈਥ ਰੇਟ ਇਨ ਇੰਡੀਆ। ਇੰਡੀਆ ਦੇ ਵਿੱਚ ਡੈਥ ਰੇਟ ਦੇ ਘੱਟ ਹੋਣ ਦਾ ਕੀ ਕਾਰਨ ਆ? ਫਸਟ ਇਜ਼ ਕੰਟਰੋਲ ਓਵਰ ਐਪੀਡੈਮਿਕਸ। ਐਪੀਡੈਮਿਕਸ ਸੱਚ ਇਜ਼ ਪਲੇਗ ਹੋ ਗਿਆ, ਸਮਾਲ ਪੌਕਸ ਹੋ ਗਿਆ, ਮਲੇਰੀਆ ਹੋ ਗਿਆ। ਇਹ ਸਾਰੀਆਂ ਚੀਜ਼ਾਂ ਪਹਿਲਾਂ ਇਹਨਾਂ ਦੀ ਇੰਨਾ ਜ਼ਿਆਦਾ ਇਲਾਜ ਨਹੀਂ ਸੀਗਾ, ਬਟ ਇੰਡੀਪੈਂਡੈਂਸ ਤੋਂ ਬਾਅਦ ਜਦੋਂ ਇਹਨਾਂ ਸਾਰਿਆਂ ਦੇ ਲਈ ਫੈਸਿਲਿਟੀਜ਼, ਮੈਡੀਕਲ ਫੈਸਿਲਿਟੀਜ਼ ਅਵੇਲੇਬਲ ਹੋ ਗਈਆਂ, ਉਸ ਦੇ ਕਾਰਨ ਕੀ ਹੋਇਆ? ਡੈਥ ਰੇਟ ਡਿਕਲਾਈਨ ਹੋ ਗਿਆ। ਨੈਕਸਟ ਇਜ਼ ਇਨਕਰੀਜ਼ ਅਰਬਨਾਈਜੇਸ਼ਨ। 1911 ਦੇ ਵਿੱਚ ਹਾਰਡਲੀ 10.3% ਆਫ ਪਾਪੂਲੇਸ਼ਨ ਸੀ ਜਿਹੜੀ ਅਰਬਨ ਏਰੀਆ ਦੇ ਵਿੱਚ ਰਹਿੰਦੀ ਸੀ, ਬਟ 2011 ਦੇ ਵਿੱਚ ਜੋ ਪਾਪੂਲੇਸ਼ਨ ਦਾ 31.15% ਪਾਪੂਲੇਸ਼ਨ ਅਰਬਨ ਏਰੀਆ ਦੇ ਵਿੱਚ ਸ਼ਿਫਟ ਕਰ ਗਈ। ਉੱਥੇ ਕੀ ਬੈਟਰ ਹੈਲਥ ਫੈਸਿਲਿਟੀ ਸੀ, ਹਾਈਜੀਨ ਸੀ ਐਂਡ ਸੈਨੀਟੇਸ਼ਨ ਫੈਸਿਲਿਟੀ ਸੀ, ਜਿਸ ਕਾਰਨ ਡੈਥ ਰੇਟ ਘੱਟ ਗਈ। ਮੋਰ ਮੈਡੀਕਲ ਫੈਸਿਲਿਟੀਜ਼ ਜ਼ਿਆਦਾ ਹੋਣ। ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਪ੍ਰੋਪਰ ਹੈਲਥ ਫੈਸਿਲਿਟੀਜ਼ ਨਹੀਂ ਸੀਗੀਆਂ, ਬਟ ਜਦੋਂ ਡਿਊਰਿੰਗ ਦ ਪੀਰੀਅਡ ਆਫ 5 year ਪਲੈਨਸ ਹਿਊਜ ਅਮਾਊਂਟ ਵਾਸ ਸਪੈਂਟ ਔਨ ਮੈਡੀਕਲ ਫੈਸਿਲਿਟੀਜ਼ 'ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤਾ ਗਿਆ, ਜਿਸ ਦੇ ਕਾਰਨ ਆਟੋਮੈਟਿਕਲੀ ਜਿਹੜੀ ਡੈਥ ਰੇਟ ਸੀ ਡਿਕਲਾਈਨਸ ਹੋ ਗਈਆਂ। ਨੰਬਰ ਆਫ ਡਾਕਟਰ, ਹੌਸਪੀਟਲਸ ਐਂਡ ਡਿਸਪੈਂਸਰੀਜ਼ ਨੂੰ ਇਨਕਰੀਜ਼ ਕੀਤਾ ਗਿਆ। ਨੈਕਸਟ ਪੁਆਇੰਟ ਇਜ਼ ਲੇਟ ਮੈਰਿਜ। ਇੰਡੀਆ ਦੇ ਵਿੱਚ ਪਹਿਲਾਂ ਜਿਹੜਾ ਮੈਰਿਜ ਬਹੁਤ ਜਲਦੀ ਅਰਲੀ ਏਜ ਦੇ ਵਿੱਚ ਕਰ ਦਿੱਤੀ ਜਾਂਦੀ ਸੀ, ਬਾਅਦ ਵਿੱਚ ਗਵਰਨਮੈਂਟ ਨੇ ਇੱਕ ਏਜ ਫਿਕਸ ਕਰ ਦਿੱਤੀ। ਬੋਇਜ਼ ਦੇ ਲਈ 21 ਐਂਡ ਫॉर ਵੀਮਨ ਦੇ ਲਈ 18 ਈਅਰ। ਇਸ ਤੋਂ ਪਹਿਲਾਂ ਕਿ ਮੈਰਿਜ ਕਰਨਾ ਇਲੀਗਲੀ ਲੋ ਵਾਈਜ਼ ਸਹੀ ਨਹੀਂ ਹੁੰਦਾ, ਇਲੀਗਲ ਹੁੰਦਾ ਆ। ਇਸ ਕਰਕੇ ਲੇਟ ਮੈਰਿਜ ਦੇ ਕਾਰਨ ਵੀ ਜਿਹੜਾ ਡੈਥ ਰੇਟ ਸੀ ਵਿਮਨਸ ਅਤੇ ਚਿਲਡਰਨ ਦੇ ਵਿੱਚ ਉਹ ਘੱਟ ਗਿਆ। ਫੈਸਿਲਿਟੀਜ਼ ਆਫ ਮੈਟਰਨਿਟੀ ਹੋਮ। facilities of maternity home in the country have also increased. maternity homes ਦੀ ਨੰਬਰਸ ਨੂੰ ਇਨਕਰੀਜ਼ ਕੀਤਾ ਗਿਆ, ਜਿਸ ਦੇ ਕਾਰਨ ਜਿਹੜੀ ਵਿਮਨ ਸੀ ਡਿਲੀਵਰੀ ਦੇ ਟਾਈਮ ਜਿਨ੍ਹਾਂ ਦੀ ਡੈਥ ਹੋ ਜਾਂਦੀ ਸੀ ਉਸ ਡੈਥ ਰੇਟ ਦੇ ਵਿੱਚ ਵੀ ਡਿਕਲਾਈਨ ਆਇਆ। ਕੰਟਰੋਲ ਓਵਰ ਫੇਮਾਈਨਸ। ਗਵਰਨਮੈਂਟ ਨੇ ਫੇਮਾਈਨਸ ਨੂੰ ਕੰਟਰੋਲਸ ਕਰਨ ਦੇ ਲਈ ਬਹੁਤ ਸਾਰੇ ਨਿਊ ਮੈਥਡਸ ਅਡੋਪਟ ਕੀਤੇ, ਜਿਸ ਕਾਰਨ ਆਟੋਮੈਟਿਕਲੀ ਡੈਥ ਰੇਟਸ ਵਿੱਚ ਡਿਕਲਾਈਨ ਆ ਗਿਆ। ਨੈਕਸਟ ਇਜ਼ ਚੇਂਜ ਆਫ ਹੈਬਿਟਸ। ਲੋਕਾਂ ਦੀ ਹੈਬਿਟਸ ਵਿੱਚ ਵੀ ਚੇਂਜ ਆਇਆ। ਹੁਣ ਲੋਕ ਜ਼ਿਆਦਾ ਆਪਣੀ ਹੈਲਥ ਅਤੇ ਸੈਨੀਟੇਸ਼ਨ ਅਤੇ ਕਲੀਨੀਨੈਸ ਨੂੰ ਜ਼ਿਆਦਾ ਇੰਪੋਰਟੈਂਸ ਦੇਣ ਲੱਗੇ, ਜਿਸ ਕਾਰਨ ਜਿਹੜਾ ਡੈਥ ਰੇਟ ਵਿੱਚ ਡਿਕਲਾਈਨ ਹੋਣਾ ਸਟਾਰਟ ਹੋ ਗਿਆ। ਸਪਰੈਡ ਆਫ ਫੀਮੇਲ ਐਜੂਕੇਸ਼ਨ। ਵਿਮਨਸ ਦੀ ਐਜੂਕੇਸ਼ਨ ਅਤੇ ਲਿਟਰੇਸੀ ਵੱਲ ਧਿਆਨ ਦਿੱਤਾ ਗਿਆ, ਜਿਸ ਕਾਰਨ ਜਿਹੜੀ ਵਿਮਨ ਸੀ ਆਪਣੇ ਬੱਚਿਆਂ ਦੀ ਹਾਈਜੀਨ ਤਰੀਕੇ ਨਾਲ ਕੇਅਰ ਕਰ ਪਾਉਂਦੀਆਂ ਸੀ।
and the working women enjoy better economic status and are more healthy that rapidly bring down the infant mortality rate, ਜਿਸ ਦੇ ਕਾਰਨ ਵਿਮਨਸ ਤੇ ਇਨਫੈਂਟ ਦੇ ਵਿੱਚ ਦੀ ਮੋਰਟੈਲਿਟੀ ਰੇਟ ਵਿੱਚ ਡਾਊਨ ਆਇਆ। ਨੈਕਸਟ ਇਜ਼ ਬੈਲੈਂਸ ਡਾਈਟ। ਪਹਿਲਾਂ ਲੋਕੀ ਪ੍ਰੋਪਰ ਨਿਊਟ੍ਰੀਸ਼ਨਸ ਵਾਲੀ ਡਾਈਟ ਨਹੀਂ ਲੈਂਦੇ ਸੀਗੇ, ਬਟ ਜਦੋਂ ਲੋਕਾਂ ਦੀ ਥਿੰਕਿੰਗ ਤੇ ਹੈਬਿਟਸ ਵਿੱਚ ਚੇਂਜ ਆਇਆ, ਲੋਕੀ ਪ੍ਰੋਪਰ ਬੈਲੈਂਸ ਡਾਈਟ ਲੈਣ ਲੱਗੇ, ਸੇਫ ਡਰਿੰਕਿੰਗ ਲੈਣ ਲੱਗੇ, ਜਿਸ ਦੇ ਨਾਲ ਕੀ ਹੋਇਆ, ਡੈਥ ਰੇਟ ਵਿੱਚ ਡਿਕਲਾਈਨ ਸਟਾਰਟ ਹੋ ਗਿਆ। ਨੈਕਸਟ ਇਜ਼ ਪ੍ਰੋਬਲਮ ਆਫ ਓਵਰ ਪਾਪੂਲੇਸ਼ਨ ਇਨ ਇੰਡੀਆ। 3rd ਅਤੇ 4th ਸੈਂਚੁਰੀ ਦੇ ਵਿੱਚ ਬਹੁਤ ਸਾਰੇ ਇਕੋਨਮਿਸਟ ਦੇ ਵਿੱਚ ਇਹ ਕੰਟਰੋਵਰਸੀ ਹੋਈ ਕਿ ਇਹ ਕੁਐਸਚਨ ਅਰਾਈਜ਼ ਹੋਇਆ ਕਿ ਇੰਡੀਆ ਇੱਕ ਓਵਰ ਪਾਪੂਲੇਟਡ ਕੰਟਰੀ ਹੈ ਕਿ ਨਹੀਂ ਹੈਗੀ। ਇਸ ਦੇ ਲਈ ਓਨਲੀ ਪਹਿਲਾਂ ਫਸਟ ਵੀ ਡਿਸਕਸ ਵਟ ਇਜ਼ ਓਵਰ ਪਾਪੂਲੇਸ਼ਨ। ਓਵਰ ਪਾਪੂਲੇਸ਼ਨ ਨਾਲ ਰਿਲੇਟਡ 2 ਥਿਊਰੀਜ਼ ਆ, ਮਾਲਥਸ ਥਿਊਰੀ ਆਫ ਪਾਪੂਲੇਸ਼ਨ ਐਂਡ ਥਿਊਰੀ ਆਫ ਆਪਟੀਮਮ ਪਾਪੂਲੇਸ਼ਨ। ਮਾਲਥਸ ਥਿਊਰੀ ਆਫ ਪਾਪੂਲੇਸ਼ਨ ਦੇ ਅਕੋਰਡਿੰਗ ਜਿਹੜੀ ਓਵਰ ਪਾਪੂਲੇਸ਼ਨ ਕੰਟਰੀ ਉਹ ਹੁੰਦੀ ਹੈ ਜਿਸ ਵਿੱਚ ਪਾਪੂਲੇਸ਼ਨ ਇਨਕਰੀਜ਼ ਇਜ਼ ਮਚ ਮੋਰ ਦੈਨ ਦੀ ਰੇਟ ਐਟ ਵਿਚ ਮੀਨਸ ਆਫ ਸਬਸਿਸਟੈਂਸ ਇਨਕਰੀਜ਼, ਕਿ ਸਬਸਿਸਟੈਂਸ ਇਨਕਰੀਜ਼ ਦੇ ਨਾਲੋਂ ਪਾਪੂਲੇਸ਼ਨ ਇਨਕਰੀਜ਼ ਰੇਟ ਜ਼ਿਆਦਾ ਹੁੰਦੀ ਆ। ਲੋਕਾਂ ਨੂੰ ਐਡੀਕੁਏਟ ਫੂਡ ਨਹੀਂ ਮਿਲਦਾ, ਜਿਸ ਦੇ ਕਾਰਨ ਉਹ ਜਲਦੀ ਸਿੱਕ ਹੋ ਜਾਂਦੇ, ਬਿਮਾਰ ਹੋ ਜਾਂਦੇ ਆ। ਕੰਟਰੀਜ਼ ਦੇ ਵਿੱਚ ਫੇਮਾਈਨਸ ਹੋ ਜਾਂਦੀਆਂ, ਫੇਮਾਈਨਸ ਫੈਲ ਜਾਂਦੀਆਂ। ਡਿਊ ਟੂ ਦਿਸ ਜਿਹੜੀ ਡੈਥ ਰੇਟਸ ਆ ਉਹ ਇਨਕਰੀਜ਼ ਕਰ ਜਾਂਦੀਆਂ। ਇਸ ਲਈ ਗਵਰਨਮੈਂਟਸ ਨੂੰ ਜਿਹੜੀ ਕੰਟਰੀ ਨੂੰ ਆ ਪੋਜ਼ੀਟਿਵ ਚੈੱਕਸ ਅਪਲਾਈ ਕਰਨੇ ਚਾਹੀਦੇ ਆ, ਲਾਈਕ ਮੋਰਲ ਰੈਸਟ੍ਰੇਨਸ ਐਂਡ ਲੇਟ ਮੈਰਿਜ, ਜਿਸ ਦੇ ਕਾਰਨ ਜਿਹੜੀ ਬਰਥ ਰੇਟ ਆ ਉਹ ਕੰਟਰੋਲ ਹੁੰਦੀ ਆ। ਨੈਕਸਟ ਥਿਊਰੀ ਇਜ਼ ਆਪਟੀਮਮ ਥਿਊਰੀ ਆਫ ਪਾਪੂਲੇਸ਼ਨ। Optimum theory of population. First we discuss what is optimum population. Optimum population is that which gives the maximum income per head according to optimum population theory। ਕਿ ਇੱਕ ਓਵਰ ਪਾਪੂਲੇਸ਼ਨ ਕੰਟਰੀ ਉਹ ਹੁੰਦੀ ਹੈ ਜਿਸ ਵਿੱਚ ਫੋਲੋਇੰਗ ਫੀਚਰਸ ਹੁੰਦੇ ਆ। ਫਸਟ ਵਨ ਇਜ਼ ਜਿਸ ਵਿੱਚ ਪਰ ਕੈਪੀਟਾ ਇਨਕਮ ਬਹੁਤ ਘੱਟ ਹੁੰਦੀ ਹੈ, ਡਿਕਰੀਜ਼ ਹੁੰਦੀ ਜਾਂਦੀ ਹੈ, ਸਟੈਂਡਰਡ ਆਫ ਲਿਵਿੰਗ ਬਹੁਤ ਫੋਲ ਹੁੰਦਾ, ਲੋਕਾਂ ਦਾ ਡਿਕਲਾਈਨ ਘੱਟਦਾ ਜਾਂਦਾ ਆ ਪਾਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਨਾਲ। ਪਾਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਨਾਲ ਰੇਟ ਆਫ ਅਨਐਮਪਲੋਇਮੈਂਟ ਇਨਕਰੀਜ਼ ਕਰਦੀ ਜਾਂਦੀ ਹੈ, ਕੈਪੀਟਲ ਫਾਰਮੇਸ਼ਨ ਬਹੁਤ ਘੱਟ ਹੁੰਦਾ ਹੈ। ਨਾਓ ਨੈਕਸਟ ਵੀ ਡਿਸਕਸ ਇੰਡੀਆ ਇਜ਼ ਨੋਟ ਓਵਰ ਪਾਪੂਲੇਟਡ। ਸਮ ਇਕੋਨਮਿਸਟ ਬਲੀਵ ਕਰਦੇ ਆ ਔਨ ਦਾ ਬੇਸਿਸ ਆਫ ਆਪਟੀਮਮ ਥਿਊਰੀ ਆਫ ਪਾਪੂਲੇਸ਼ਨ ਕਿ ਇੰਡੀਆ ਇੱਕ ਓਵਰ ਪਾਪੂਲੇਟਡ ਕੰਟਰੀ ਨਹੀਂ ਆ। ਫਸਟ ਪੁਆਇੰਟ ਇਜ਼ ਨੈਚੁਰਲ ਰਿਸੋਰਸ। ਇੰਡੀਆ ਵਿੱਚ ਬਹੁਤ ਸਾਰੇ ਨੈਚੁਰਲ ਰਿਸੋਰਸ ਆ, ਲਾਈਕ ਮਿਨਰਲਸ, ਵਾਟਰ, ਲੈਂਡ, ਬਹੁਤ ਸਾਰੀ ਮਿਲੀਅਨਸ ਆਫ ਹੈਕਟਰ ਲੈਂਡ ਆ ਜਿਹਨੂੰ ਨੂੰ ਕਲਟੀਵੇਸ਼ਨ ਲਈ ਯੂਜ਼ ਨਹੀਂ ਕੀਤਾ ਗਿਆ। ਕਹਿੰਦੇ ਇਸ ਲਈ ਜਿਹੜੀ ਲਾਰਜ ਪਾਪੂਲੇਸ਼ਨ ਆ, ਸਾਡੇ ਕੋਲ ਬਹੁਤ ਸਾਰੇ ਰਿਸੋਰਸ ਆ, ਅਸੀਂ ਉਹਨਾਂ ਨੂੰ ਯੂਟੀਲਾਈਜ਼ ਕਰਕੇ ਲਾਰਜ ਪਾਪੂਲੇਸ਼ਨ ਨੂੰ ਐਜ਼ ਏ ਗਰੋਥ ਫੈਕਟਰ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਨਕਰੀਜ਼ ਇਨ ਪਰ ਕੈਪੀਟਾ ਇਨਕਮ। ਇੰਡੀਆ ਦੇ ਵਿੱਚ ਕਹਿੰਦੇ 1950-51 ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਸੀ 255 ਪਰ ਐਨੂਅਮ ਸੀ। 2017 ਤੇ 18 ਦੇ ਵਿੱਚ ਉਹ ਵੱਧ ਕੇ ਕਰੰਟ ਪ੍ਰਾਈਸ 'ਤੇ 1,14,958 ਹੋ ਗਈ। ਦੈਟ ਮੀਨਸ ਕਿ ਪਰ ਕੈਪੀਟਾ ਇਨਕਮ ਦੇ ਵਿੱਚ ਇਨਕਰੀਜ਼ ਹੋਇਆ, ਜੋ ਕਿ ਸ਼ੋ ਕਰਦਾ ਹੈ ਕਿ ਇੰਡੀਆ ਇੱਕ ਓਵਰ ਪਾਪੂਲੇਸ਼ਨ ਕੰਟਰੀ ਨਹੀਂ ਆ। ਡੈਂਸਿਟੀ ਆਫ ਪਾਪੂਲੇਸ਼ਨ। density of population in India is almost same with many other countries. Like density of population in India 2017 ਦੇ ਵਿੱਚ ਸੀਗੀ 450 person per square kilometer. It was 526 in South Korea. That show कि इंडिया एक ओवर पॉपुलेशन कंट्री नहीं है। Scarcity of labours. ਬਿਜ਼ੀ ਸੀਜ਼ਨ ਦੇ ਵਿੱਚ ਕਹਿੰਦੇ ਇੰਡੀਆ ਦੇ ਵਿੱਚ ਲੇਬਰਸ ਦੀ ਸਕੇਅਰਸਿਟੀ ਫੈਲਟ ਕੀਤੀ ਜਾਂਦੀ ਆ। ਡਿਊਰਿੰਗ ਦਾ ਪੀਰੀਅਡ ਆਫ ਸ਼ੋਇੰਗ ਐਂਡ ਹਾਰਵੈਸਟਿੰਗ ਦੇਅਰ ਇਜ਼ ਏ ਜਨਰਲ ਸਕੇਅਰਸਿਟੀ ਆਫ ਲੇਬਰ ਇਨ ਇੰਡੀਆ। ਦੈਟ ਸ਼ੋ ਕਿ ਇੰਡੀਆ ਇੱਕ ਓਵਰ ਪਾਪੂਲੇਸ਼ਨ ਕੰਟਰੀ ਨਹੀਂ ਆ। ਇਨਕਰੀਜ਼ ਇਨ ਐਗਰੀਕਲਚਰਲ ਪ੍ਰੋਡਕਸ਼ਨ। ਇਨਕਰੀਜ਼ ਇਨ ਐਗਰੀਕਲਚਰ ਪ੍ਰੋਡਕਟ। ਇੰਡੀਆ ਦੇ ਵਿੱਚ ਐਗਰੀਕਲਚਰ ਦੀ ਗਰੋਥ ਰੇਟਸ ਉਹ ਪਾਪੂਲੇਸ਼ਨ ਦੀ ਗਰੋਥ ਰੇਟ ਨਾਲੋਂ ਜ਼ਿਆਦਾ। 1950 ਤੇ 51 ਦੇ ਵਿੱਚ 1951 to 2016 ਐਂਡ 70 ਗਰੋਥ ਰੇਟ ਆਫ ਪਾਪੂਲੇਸ਼ਨ ਵਾਜ਼ ਅਬਾਊਟ 2% ਸੀ, ਜਦਕਿ ਫੂਡ ਗ੍ਰੇਨ ਦੀ ਜਿਹੜੀ ਗਰੋਥ ਰੇਟ ਸੀ ਉਹ 2.7% ਸੀ। ਨੈਕਸਟ ਇਜ਼ ਲੈਸ ਐਪਲੀਕੇਸ਼ਨ ਆਫ ਪੋਜ਼ੀਟਿਵ ਚੈੱਕਸ।
ਲੈਸ ਐਪਲੀਕੇਸ਼ਨ ਆਫ ਪੋਜ਼ੀਟਿਵ ਚੈੱਕਸ ਅਕੋਰਡਿੰਗ ਟੂ ਮਾਲਥਸ ਕਿ ਓਵਰ ਪੋਪੂਲੇਟਡ ਕੰਟਰੀ ਦੇ ਵਿੱਚ ਪੋਜ਼ੀਟਿਵ ਚੈੱਕਸ ਲਾਈਕ ਫੇਮਾਈਨ ਡਿਡੀਜ਼ ਸਟਾਰਵੇਸ਼ਨ ਨੂੰ ਐਪਲੀਕੇਬਲ ਕਰਕੇ ਅਸੀਂ ਡੈਥ ਰੇਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਬਟ ਇਨ ਇੰਡੀਆ ਡੈਥ ਰੇਟ ਇਜ਼ ਡਿਕਰੀਜ਼ ਇੰਡੀਆ ਦੇ ਵਿੱਚ, ਬਟ ਡੈਥ ਰੇਟ ਡਿਕਰੀਜ਼ ਹੋ ਗਈ ਇਨਕਰੀਜ਼ ਕਰਨ ਦੀ ਜਗ੍ਹਾ। 1921 ਦੇ ਵਿੱਚ ਜਿਹੜੀ ਡੈਥ ਰੇਟ 47.2 ਪਰ ਥਾਊਜੈਂਡ ਸੀ, ਜੋ ਕਿ 2016 ਦੇ ਵਿੱਚ 6.4 ਪਰ ਥਾਊਜੈਂਡ ਹੋ ਗਈ। ਇਸ ਤਰ੍ਹਾਂ ਦਾ ਪੋਜ਼ੀਟਿਵ ਚੈੱਕਸ ਲਾਈਕ ਫੇਮਾਈਨ ਸਟਾਰਵੇਸ਼ਨ ਐਕਸੈਕਟਰਾ ਡੂ ਨੋਟ ਐਪਲਾਈ ਇਨ ਇੰਡੀਆ। ਲੈਸ ਗਰੋਥ ਰੇਟ ਆਫ ਪਾਪੂਲੇਸ਼ਨ ਇੰਡੀਆ ਦੇ ਵਿੱਚ ਜਿਹੜੀ ਪ੍ਰੈਜ਼ੈਂਟ ਗਰੋਥ ਰੇਟ ਆਫ ਪਾਪੂਲੇਸ਼ਨ ਆ ਉਹ ਜਸਟ 1.3% ਆ। ਇਟ ਇਜ਼ ਲੈਸ ਦੈਨ ਦੀ ਰੇਟ ਆਫ ਗਰੋਥ ਆਫ ਪਾਪੂਲੇਸ਼ਨ ਇਨ ਸਮ ਅਦਰ ਕੰਟਰੀਜ਼। ਦੈਟ ਮੀਨਸ ਕਿ ਇੰਡੀਆ ਇਜ਼ ਏ ਨੋਟ ਹੈ। ਇਸ ਫੈਕਟ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਇੱਕ ਓਵਰ ਪੋਪੂਲੇਟਡ ਕੰਟਰੀ ਨਹੀਂ ਆ। ਨੈਕਸਟ ਇਜ਼ ਇੰਡੀਆ ਇਜ਼ ਓਵਰ ਪੋਪੂਲੇਟਡ। ਡਾਕਟਰ ਚੰਦਰ ਸ਼ੇਖਰ ਉਹਦੇ ਦੇ ਓਪੀਨੀਅਨ ਦੇ ਅਕੋਰਡਿੰਗ ਜਿਹੜੇ ਇੰਡੀਆ ਦੇ ਵਿੱਚ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਆ ਬਹੁਤ ਘੱਟ ਆ, ਅਤੇ ਪੋਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਕਾਰਨ ਪੂਅਰ ਫੈਮਲੀਜ਼ ਦਾ ਪਾਵਰਟੀ ਬਹੁਤ ਜ਼ਿਆਦਾ ਵੱਧਦੀ ਰਹਿੰਦੀ ਆ। ਇਸ ਕਰਕੇ ਬਹੁਤ ਸਾਰੇ ਇਕੋਨਮਿਸਟ ਬਿਲੀਵ ਕਰਦੇ ਕਿ ਇੰਡੀਆ ਇੱਕ ਓਵਰ ਪੋਪੂਲੇਟਡ ਕੰਟਰੀ ਆ। The following arguments in support of their beliefs. First one is disequilibrium between population and food. ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਗਰੋਥ ਰੇਟ ਬਹੁਤ ਜ਼ਿਆਦਾ ਹੈ, ਜਿਸ ਕਾਰਨ ਫੂਡ ਪ੍ਰੋਬਲਮ ਰਾਈਜ਼ ਹੋ ਗਈ ਆ। ਗਰੋਥ ਰੇਟ ਆਫ ਫੂਡ ਪ੍ਰੋਡਕਸ਼ਨ ਇਜ਼ ਲੈਸ ਦੈਨ ਦੀ ਗਰੋਥ ਰੇਟ ਆਫ ਪੋਪੂਲੇਸ਼ਨ ਇੰਡੀਆ। ਕਿ ਫੂਡ ਰੇਟ ਦੀ ਜਿਹੜੀ ਪ੍ਰੋਡਕਸ਼ਨ ਆ, ਗਰੋਥ ਰੇਟ ਆਫ ਫੂਡ ਪ੍ਰੋਡਕਸ਼ਨ ਉਹ ਪੋਪੂਲੇਸ਼ਨ ਦੀ ਗਰੋਥ ਰੇਟ ਨਾਲੋਂ ਘੱਟ ਆ, ਜਿਸ ਕਾਰਨ ਜਿਹੜੀ ਅਵੇਲੇਬਿਲਿਟੀ ਆਫ ਫੂਡ ਗ੍ਰੇਨਸ ਆ ਉਹਦੀ ਪ੍ਰੋਬਲਮਸ ਅਰਾਈਜ਼ ਹੋ ਗਈ ਆ। ਲੋ ਅਵੇਲੇਬਿਲਿਟੀ ਆਫ ਪਰ ਕੈਪੀਟਾ ਫੂਡ ਐਡਵਰਸਲੀ ਇਫੈਕਟ ਦੇਅਰ ਹੈਲਥ ਐਂਡ ਪ੍ਰੋਡਕਟੀਵਿਟੀ। ਨੈਕਸਟ ਇਜ਼ ਪ੍ਰੋਬਲਮ ਆਫ ਪਾਵਰਟੀ। ਇੰਡੀਆ ਦੇ ਵਿੱਚ ਜਿਹੜੀ ਗਰੋਥ ਰੇਟ ਆਫ ਪਾਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਜ਼ ਕਰਦੀ ਜਾ ਰਹੀ ਆ, ਜਿਸ ਕਾਰਨ ਲੋਕਾਂ ਨੂੰ ਪ੍ਰੋਪਰ ਐਮਪਲੋਇਮੈਂਟ ਨਹੀਂ ਮਿਲ ਰਿਹਾ। ਐਮਪਲੋਇਮੈਂਟ ਦੀ ਕਮੀ ਹੋਣ ਕਾਰਨ ਇਨਕਮ ਨਹੀਂ ਹੁੰਦੀ, ਇਨਕਮ ਨਾ ਹੋਣ ਕਾਰਨ ਲੋਕੀ ਪਾਵਰਟੀ ਇਨਕਰੀਜ਼ ਕਰ ਰਹੀ ਹੈ। ਨੈਕਸਟ ਇਜ਼ ਇਨਸਫੀਸ਼ੀਐਂਟ ਪ੍ਰੀਵੈਂਟਿਵ ਚੈੱਕਸ। ਇੰਡੀਆ ਦੇ ਵਿੱਚ ਜਿਹੜੀ ਬਰਥ ਰੇਟ ਆ ਉਹ ਬਹੁਤ ਜ਼ਿਆਦਾ ਹਾਈ ਆ। ਦਾ ਮੇਨ ਕਾਜ਼ ਆਫ ਇਨਸਫੀਸ਼ੀਐਂਟ ਪ੍ਰੀਵੈਂਟਿਵ ਚੈੱਕਸ ਅਕੋਰਡਿੰਗ ਟੂ ਮਾਲਥਸ ਲਾਈਕ ਲੇਟ ਮੈਰਿਜ ਹੋ ਗਿਆ, ਮੋਰਲ ਰੈਸਟ੍ਰੇਨਟਸ, ਇਹਨਾਂ ਸਾਰਿਆਂ ਨੂੰ ਪ੍ਰੋਪਰਲੀ ਫੋਲੋ ਨਹੀਂ ਕੀਤਾ ਜਾਂਦਾ, ਜਿਸ ਕਾਰਨ ਜਿਹੜੀ ਬਰਥ ਰੇਟ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਸੈਕਿੰਡ ਇਜ਼ ਅਨਐਮਪਲੋਇਮੈਂਟ। ਇੰਡੀਆ ਇੱਕ ਓਵਰ ਪੋਪੂਲੇਟਡ ਕੰਟਰੀਜ਼ ਕਰਕੇ ਆ, ਕਿਉਂਕਿ ਐਮਪਲੋਇਮੈਂਟ ਓਪਰਚੁਨਿਟੀ ਦੇ ਇਨਕਰੀਜ਼ ਹੋਣ ਦੇ ਬਾਵਜੂਦ ਵੀ ਜਿਹੜੇ ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕੀ ਆ ਉਹ ਅਨਐਮਪਲੋਇਮੈਂਟ ਆ। ਅਤੇ ਇੰਡੀਆ ਦੇ ਵਿੱਚ ਜਿਹੜੇ ਰੂਰਲ ਏਰੀਆ ਦੇ ਵਿੱਚ ਡਿਸਇੰਗੁਇਸ਼ਡ ਐਮਪਲੋਇਮੈਂਟ ਬਹੁਤ ਜ਼ਿਆਦਾ ਇਨਕਰੀਜ਼ ਕਰ ਰਹੀ ਹੈ, ਜਿਸ ਤੋਂ ਪਤਾ ਲੱਗਦਾ ਕਿ ਇੰਡੀਆ ਇੱਕ ਓਵਰ ਪੋਪੂਲੇਟਡ ਕੰਟਰੀ ਆ। ਨੈਕਸਟ ਇਜ਼ ਲੋ ਪਰ ਕੈਪੀਟਾ ਅਵੇਲੇਬਿਲਿਟੀ ਆਫ ਰਿਸੋਰਸ। In India, sufficient growth has taken place in roads, railways, telecommunication, energy generation, cement, steel, food grain, etc. ਬਟ ਇੰਡੀਆ ਦੇ ਵਿੱਚ ਪੋਪੂਲੇਸ਼ਨ ਜ਼ਿਆਦਾ ਹੋਣ ਦੇ ਕਾਰਨ ਇਹਨਾਂ ਜਿਹੜੀ ਇਹ ਪ੍ਰੋਡਕਟਸ ਆ, ਇਹਨਾਂ ਦੀ ਜਿਹੜੀ ਫੈਸਿਲਿਟੀਜ਼ ਆ ਉਹ ਪਰ ਕੈਪੀਟਲ ਅਵੇਲੇਬਿਲਿਟੀ ਜਿਹੜੀ ਆ ਉਹ ਬਹੁਤ ਘੱਟ ਆ ਡਿਵੈਲਪ ਨੇਸ਼ਨ ਦੇ ਅਕੋਰਡਿੰਗ ਦੇ ਕੰਪੈਰੀਜ਼ਨ। ਲੋ ਸਟੈਂਡਰਡ ਆਫ ਲਿਵਿੰਗ। ਲੋ ਸਟੈਂਡਰਡ ਇੰਡੀਆ ਦੇ ਜਿਹੜੇ ਜ਼ਿਆਦਾਤਰ ਲੋਕੀ ਆ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਘੱਟ ਆ, ਬਿਕੋਜ਼ ਆਫ ਅਗਰ ਪੋਪੂਲੇਸ਼ਨ ਦੀ ਗਰੋਥ ਰੇਟ ਜ਼ਿਆਦਾ, ਲੋਕਾਂ ਨੂੰ ਪ੍ਰੋਪਰ ਐਮਪਲੋਇਮੈਂਟ ਓਪਰਚੁਨਿਟੀ ਨਹੀਂ ਮਿਲ ਰਹੀ। ਐਮਪਲੋਇਮੈਂਟ ਨਾ ਹੋਣ ਕਾਰਨ ਲੋਕਾਂ ਦਾ ਇਨਕਮ ਨਹੀਂ ਵਧੀਆ ਹੁੰਦੀ, ਇਨਕਮ ਨਾ ਹੋਣ ਕਾਰਨ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਹੀ ਲੋ ਹੁੰਦਾ ਹੈ। ਲੋ ਸਟੈਂਡਰਡ ਆਫ ਲਿਵਿੰਗ ਆਫ ਮਾਸਸ ਇੰਡੀਕੇਟਸ ਦੈਟ ਇੰਡੀਆ ਇਜ਼ ਏ ਓਵਰ ਪੋਪੂਲੇਟਡ ਕੰਟਰੀ। ਇਨ ਸ਼ੋਰਟ, ਇੰਡੀਆ ਇੱਕ ਓਵਰ ਪੋਪੂਲੇਟਡ ਕੰਟਰੀ ਆ। ਹਰ ਸਾਲ 1 ਕਰੋੜ 80 ਲੱਖ ਪਰਸਨ ਦਾ ਐਡੀਸ਼ਨ ਹੁੰਦਾ ਹੈ ਇੰਡੀਆ ਦੀ ਪੋਪੂਲੇਸ਼ਨ ਦੇ ਵਿੱਚ।